ਸਤਿ ਸ਼੍ਰੀ ਅਕਾਲ ਜੀ। ਸ਼ਿਵ ਪੰਜਾਬੀ ਜਮਾਤ ਵਿੱਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਇੱਕ ਨਵੇਂ ਸਵਾਲ ਦੇ ਨਾਲ ਹਾਜ਼ਰ ਹੋਏ ਹਾਂ। ਇਹ ਸਵਾਲ ਤੁਹਾਡੀ ਪ੍ਰੀਖਿਆ ਦੇ ਵਿੱਚ ਤੀਜੇ ਸਥਾਨ ਤੇ ਹੁੰਦਾ ਹੈ। ਅਸੀਂ ਹੁਣ ਤੱਕ ਦੋ ਤਰ੍ਹਾਂ ਦੇ ਸਵਾਲ ਕੀਤੇ ਹਨ। ਵਿਆਖਿਆਵਾਂ ਜੋ 10ਵੀਂ ਜਮਾਤ ਵਿੱਚ ਤੁਹਾਨੂੰ ਪੰਜਾਬ ਸਕੂਲ ਸਿੱਖਿਆ ਵਿਭਾਗ ਦੀ ਕਿਤਾਬ ਦੇ ਵਿੱਚ ਮਿਲਦੀਆਂ ਹਨ, ਮੈਂ ਉਹ ਨਹੀਂ ਕਰਵਾਈਆਂ। ਜਿਹੜੀਆਂ ਵਿਆਖਿਆਵਾਂ ਮੈਂ ਤੁਹਾਨੂੰ ਕਰਵਾਈਆਂ ਹਨ, ਜ਼ਿਆਦਾਤਰ ਤੁਹਾਨੂੰ 11ਵੀਂ 12ਵੀਂ BA ਦੇ ਪਹਿਲੇ ਸਾਲ ਦੇ ਵਿੱਚ ਤੇ ਦੂਜੇ ਸਾਲ ਦੇ ਵਿੱਚ ਤੁਹਾਨੂੰ ਮਿਲਣਗੀਆਂ। ਇਹ ਸਵਾਲ ਵੀ ਤੁਹਾਨੂੰ ਸ਼ਾਇਦ ਹੀ 10ਵੀਂ ਜਮਾਤ ਦੀ ਕਿਤਾਬ ਦੇ ਵਿੱਚ ਮਿਲੇ। ਤਾਂ ਸਭ ਤੋਂ ਪਹਿਲਾਂ ਜਦੋਂ ਤੁਸੀਂ ਇਸ ਤਰ੍ਹਾਂ ਦਾ ਸਵਾਲ ਕਰਦੇ ਹੋ, ਸੰਖੇਪ ਰਚਨਾ, ਸਵਾਲ ਕੀ ਹੁੰਦਾ ਹੈ ਕਿ ਹੇਠ ਲਿਖੇ ਸ਼ਬਦਾਂ ਦੀ ਲਗਭਗ 1/3 ਭਾਗ ਵਿੱਚ ਸੰਖੇਪ ਰਚਨਾ ਕਰੋ। ਦੂਜਾ, ਉਸ ਦਾ ਢੁਕਵਾਂ ਸਿਰਲੇਖ ਵੀ ਦਿਓ। ਠੀਕ ਹੈ, ਸਿਰਲੇਖ ਵੀ ਦੇਣਾ ਹੈ। ਤਾਂ ਇਸ ਤਰ੍ਹਾਂ ਦੇ ਸਵਾਲ ਜ਼ਿਆਦਾ ਮੁਸ਼ਕਲ ਨਹੀਂ ਹੁੰਦਾ ਹੈ ਜੇ ਤੁਸੀਂ ਪਹਿਲਾਂ 10ਵੀਂ ਦੇ ਵਿੱਚ ਇਸ ਤਰ੍ਹਾਂ ਦੇ ਸਵਾਲ ਕੀਤੇ ਹਨ। ਹਾਂ, ਜੇਕਰ ਤੁਸੀਂ ਜਲਦਬਾਜ਼ੀ ਦੇ ਵਿੱਚ ਹੋ ਜਾਂ ਉਸ ਸਮੇਂ ਘਬਰਾਏ ਹੋਏ ਹੋ, ਤੁਹਾਡੀ ਟਰਾਂਸਲੇਸ਼ਨ ਖਰਾਬ ਹੋਈ ਹੈ ਜਾਂ ਫਿਰ ਵਿਆਖਿਆ, ਤਾਂ ਇਹ ਸਵਾਲ ਤੁਹਾਡੇ ਲਈ ਸਿਰ ਦਰਦ ਬਣ ਸਕਦਾ ਹੈ, ਕਿਉਂਕਿ 10 ਅੰਕ ਦਾ ਸਵਾਲ ਆਇਆ ਸੀ ਤੇ 10 ਅੰਕ ਬਹੁਤ ਜ਼ਿਆਦਾ ਹਨ। ਠੀਕ ਹੈ, ਇਸ ਵਿੱਚ 10 ਵਿੱਚੋਂ ਘੱਟ ਤੋਂ ਘੱਟ 7 ਅੰਕ ਤੁਸੀਂ ਲੈ ਕੇ ਆ ਸਕਦੇ ਹੋ ਜੇ ਤੁਹਾਨੂੰ ਨਿਯਮ ਪਤਾ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਦੀ ਕਿਤਾਬ ਦੇ ਵਿੱਚ ਸੰਖੇਪ ਰਚਨਾ ਕਰਨ ਦੇ ਨਿਯਮ ਬੜੇ ਵਧੀਆ ਅਤੇ ਖੂਬਸੂਰਤ ਤਰੀਕੇ ਨਾਲ ਸਮਝਾਏ ਗਏ ਹਨ। ਤੁਸੀਂ ਉਹ ਵੀ ਦੇਖ ਸਕਦੇ ਹੋ। ਠੀਕ ਹੈ, ਤੁਹਾਨੂੰ ਮੇਰੀ ਇੰਸਟਾਗ੍ਰਾਮ ਦੇ ਪੇਜ ਉੱਤੇ ਸ਼ਿਵ ਪੰਜਾਬੀ ਕਲਾਸਿਸ ਹੈ ਕਰਕੇ, ਤਾਂ ਉੱਥੇ ਤੁਹਾਨੂੰ ਉਸ ਦਾ ਪੇਜ ਵੀ ਮਿਲ ਜਾਏਗਾ, ਪੰਨਾ ਵੀ ਮਿਲ ਜਾਏਗਾ, ਨਹੀਂ ਤੁਸੀਂ ਖੁਦ ਵੀ ਦੇਖ ਸਕਦੇ ਹੋ। ਤੇ ਜੇ ਤੁਹਾਨੂੰ ਨਿਯਮ ਪਤਾ ਹੈ ਸੰਖੇਪ ਰਚਨਾ ਕਰਨ ਦੇ, ਤਾਂ ਇਹ ਸਵਾਲ ਤੁਹਾਡੇ ਲਈ ਸਭ ਤੋਂ ਸੌਖਾ ਸਵਾਲ ਹੁੰਦਾ ਹੈ ਪ੍ਰੀਖਿਆ ਦੇ ਵਿੱਚ। ਇਸ ਲਈ ਪਹਿਲਾਂ ਤੋਂ ਕੁਝ ਵੀ ਪੜ੍ਹ ਕੇ ਜਾਣ ਦੀ ਜ਼ਰੂਰਤ ਨਹੀਂ ਹੈ। ਤੁਸੀਂ ਹਿੰਦੀ ਭਾਸ਼ਾ ਤੋਂ ਵੀ ਪੰਜਾਬੀ ਸਿੱਖੀ ਹੈ, ਤੁਹਾਨੂੰ ਪਹਿਲਾਂ ਨਹੀਂ ਪਤਾ ਸੰਖੇਪ ਰਚਨਾ ਕੀ ਹੁੰਦੀ है। आप प्रिसाइज राइटिंग जानते हो इंग्लिश में, हिंदी में संक्षेप रचना शायद कहते हैं इसको। ਤਾਂ ਵੀ ਤੁਹਾਡਾ ਕੰਮ ਬੜੇ ਵਧੀਆ ਢੰਗ ਨਾਲ ਹੋਵੇਗਾ। ਠੀਕ ਹੈ, ਤਾਂ ਇਸ ਦੇ ਵਿੱਚ ਨਿਯਮ ਕੀ ਹਨ? ਪਹਿਲਾ ਤਾਂ ਉਦਾਹਰਨਾਂ ਕੱਢ ਦਿਓ ਜੀ। ਠੀਕ ਹੈ, ਨਾਣਾ ਵੀ ਲਿਖਦੇ ਆ ਉਦਾਹਰਨਾਂ। ਠੀਕ ਹੈ, ਦੂਜਾ ਹੈ ਜੀ ਉਦਾਹਰਨਾਂ ਕੱਟਣ ਤੋਂ ਬਾਅਦ ਤੁਹਾਡਾ ਬਿਆਨ ਵੀ ਕੱਟ ਦਿਓ। ਠੀਕ ਹੈ, ਤੀਜਾ ਹੁੰਦਾ ਹੈ ਜੀ ਮੁਹਾਵਰੇ ਕੱਟ ਦਿਓ। ਠੀਕ ਹੈ, ਜੇ ਤੁਹਾਨੂੰ ਮੁਹਾਵਰਾ ਵੀ ਦੇ ਦੇਵੇ ਤਾਂ ਵੀ ਉਸ ਨੂੰ ਕੱਟ ਦਿਓ। ਕੱਟ ਦਿਓ ਦੋਵੇਂ ਲਿਖ ਸਕਦੇ ਹੋ ਤੁਸੀਂ, ਮੈਂ ਦੋਵੇਂ ਤਰੀਕਿਆਂ ਨਾਲ ਲਿਖਿਆ ਹੈ। ਤੇ ਜੇ ਤੁਹਾਨੂੰ ਇਸ ਤਰ੍ਹਾਂ ਦੇ ਛੋਟੇ ਛੋਟੇ ਨਿਯਮ ਪਤਾ ਹੈ ਤਾਂ ਇਹ ਸਵਾਲ ਤੁਹਾਡੇ ਲਈ ਬਹੁਤ ਸੌਖਾ ਹੈ। ਉਸ ਤੋਂ ਇਲਾਵਾ ਕੁਝ ਨਿਯਮ ਮੈਂ ਆਪਣੇ ਤਜਰਬੇ ਦੇ ਨਾਲ ਸਿੱਖੇ ਹਨ, ਤੁਹਾਨੂੰ ਉਹ ਦੱਸਦਾ ਹਾਂ, ਇੱਕ ਵਿਆਖਿਆ ਕਰਕੇ ਦੱਸਦਾ ਹਾਂ। ਇਸ ਦੇ ਇੱਕ ਦੋ ਸਵਾਲ ਹੀ ਕਰਾਂਗੇ, ਕਿਉਂਕਿ ਇਸ ਸਵਾਲ ਲਈ ਜ਼ਿਆਦਾ ਮਿਹਨਤ ਕਰਨਾ ਸਮਾਂ ਬਰਬਾਦੀ ਹੈ। ਉਹ ਸਮਾਂ ਤੁਸੀਂ ਜਾਂ ਤਾਂ ਟਰਾਂਸਲੇਸ਼ਨ ਅਨੁਵਾਦ ਦੇ ਵਿੱਚ ਦਿਓ ਜਾਂ ਫਿਰ ਤੁਹਾਡੀ ਲੇਖ ਰਚਨਾ ਦੇ ਵਿੱਚ। ਠੀਕ ਹੈ, ਵਿਆਕਰਣ ਵਿੱਚ ਵੀ ਦੇ ਸਕਦੇ ਹੋ। ਪਰ ਇਸ ਸਵਾਲ ਦੇ ਉੱਤੇ ਤੁਸੀਂ ਇਸ ਤਰ੍ਹਾਂ ਦੇ ਜ਼ਿਆਦਾ ਤੋਂ ਜ਼ਿਆਦਾ 5 ਸਵਾਲ ਹੱਲ ਕਰੋ। ਇੱਕ ਵਧੀਆ ਅਧਿਆਪਕ ਨੂੰ ਦਿਖਾਓ, ਜੇ ਉਹ ਤੁਹਾਨੂੰ 5 ਵਾਰ ਹੀ 7 ਜਾਂ 7 ਤੋਂ ਜ਼ਿਆਦਾ ਅੰਕ ਦੇ ਰਿਹਾ ਹੈ, ਉਸ ਤੋਂ ਬਾਅਦ ਪੜ੍ਹਨ ਦੀ ਜ਼ਰੂਰਤ ਨਹੀਂ ਹੈ ਬਿਲਕੁਲ ਵੀ ਇਸ ਸਵਾਲ ਨੂੰ। ਠੀਕ ਹੈ, ਕਿਉਂਕਿ ਇਹ ਸਵਾਲ ਨਿਯਮਾਂ ਨਾਲ ਚੱਲਦਾ ਹੈ। ਤਾਂ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਤੇ ਸ਼ਬਦਾਂ ਦੀ ਗਿਣਤੀ ਕਿੰਨੀ ਹੈ, ਤਾਂ ਕਿ ਕੁਝ ਹੋਵੇ ਤਾਂ ਪੇਪਰ ਜਾ ਕੇ 1 2 3 4 ਇਸ ਤਰ੍ਹਾਂ ਗਿਣਤੀ ਨਹੀਂ ਕਰਨੀ ਹੈ। ਕੀ ਕਰੋ, ਦੂਜੀ ਜਾਂ ਤੀਜੀ ਸਤਰ ਦੇ ਸ਼ਬਦ ਗਿਣ ਲਓ। ਠੀਕ ਹੈ, ਮੈਂ ਦੂਜੀ ਦੇ ਗਿਣ ਰਿਹਾ, ਤੀਜੀ ਦੇ ਗਿਣ ਸਕਦੇ ਹੋ। 1 2 3 4 5 6 12 ਹੈ ਜੀ ਸ਼ਬਦ। ਠੀਕ ਹੈ, ਇਸ ਨੂੰ ਗੁਣਾ ਕਰ ਲਓ ਕਿਸ ਨਾਲ? 2 3 4 5 6 7 8 9 10 11 ਹੈ। ਚਲੋ 12 ਮੰਨ ਲੈਂਦੇ। ਠੀਕ ਹੈ, ਤਾਂ 11 ਗੁਣਾ 12 ਕਰ ਲਓ। ਠੀਕ ਹੈ, ਪੇਪਰ ਦੇ ਵਿੱਚ ਤੁਸੀਂ ਇਸ ਤਰ੍ਹਾਂ ਕਰ ਸਕਦੇ ਹੋ। ਮੈਨੂੰ ਵੈਸੇ ਹੀ ਕਰਨਾ ਆਉਂਦਾ ਹੈ, ਪਰ ਮੈਂ ਤੁਹਾਨੂੰ ਕਰਵਾ ਰਿਹਾ ਤਾਂ ਕਿ ਤੁਸੀਂ ਘਬਰਾਓ ਨਾ। 132 6-7 ਸ਼ਬਦ ਹੋਰ ਜੋੜ ਲਓ, ਮਤਲਬ ਲਗਭਗ 140 ਸ਼ਬਦ ਕਹਿ ਸਕਦੇ ਹੋ ਤੁਸੀਂ ਇਸ ਵਿੱਚ ਹੈ। ਗਿਣ ਕੇ ਵੀ ਦੇਖੋਗੇ 130 ਤੋਂ 40 ਦੇ ਵਿੱਚ ਹੀ ਹੋਣੇ ਚਾਹੀਦੇ ਹਨ। ਠੀਕ ਹੈ, ਥੋੜਾ ਵੀ ਜ਼ਿਆਦਾ ਹੋ ਜਾਏ ਫਰਕ ਨਹੀਂ ਪੈਂਦਾ, ਉਸਨੇ ਵੀ ਲਗਭਗ ਲਿਖਿਆ ਹੈ। ਠੀਕ ਹੈ, ਸਟੀਕ ਅੰਕ ਨਹੀਂ ਦਿੱਤੇ ਹਨ ਕਿ 1/3 ਵਿੱਚ ਹੀ ਕਰੋ। ਠੀਕ ਹੈ, ਤਾਂ ਸ਼ਬਦਾਂ ਦੀ ਗਿਣਤੀ ਦੇ ਵਿੱਚ ਸਮਾਂ ਬਰਬਾਦ ਨਹੀਂ ਕਰਨਾ। ਸਭ ਤੋਂ ਪਹਿਲਾਂ ਸ਼ਬਦ ਗਿਣੇ। ਹੁਣ ਤੁਹਾਡੇ ਪਾਸ ਸ਼ਬਦਾਂ ਦੀ ਮਿਆਦ ਕਿੰਨੀ ਹੈ, ਕਿੰਨੇ ਤੁਸੀਂ ਲਿਮਿਟ ਸੀਮਾ ਆਖ ਸਕਦੇ ਹੋ। 140/3 ਕੀਤਾ ਜੀ, 3 ਚੌਕੇ 12, ਤੇ ਤੁਸੀਂ ਕਹਿ ਸਕਦੇ ਹੋ ਲਗਭਗ 45 ਸ਼ਬਦ। ਠੀਕ ਹੈ, ਤੇ 45 ਦਾ ਕੀ ਅਰਥ ਹੈ? 45 ਤੁਸੀਂ ਲਗਾ ਲਓ, 45 ਨੂੰ 3 ਨਾਲ ਗੁਣਾ ਕਰੋਗੇ ਤਾਂ ਤੁਹਾਡੇ ਕੋਲ ਆ ਜਾਏਗਾ ਜੀ ਇੱਥੇ 135। ਠੀਕ ਹੈ, ਸਾਡੇ ਵੀ 132 ਲਗਭਗ ਆਏ ਸੀ। ਪੇਪਰ ਦੇ ਵਿੱਚ ਇਹ ਕਰਨ ਦੇ ਵਿੱਚ ਸਮਾਂ ਨਹੀਂ ਗਵਾਉਣਾ। ਠੀਕ ਹੈ, ਮੈਂ ਤੁਹਾਨੂੰ ਵੈਸੇ ਕਰਕੇ ਵਿਖਾ ਰਿਹਾ ਤੇ ਜਲਦੀ ਹੋ ਜਾਏਗਾ। ਇਸ ਤਰ੍ਹਾਂ ਜੇ 1 2 3 ਕਰਨ ਬੈਠੋਗੇ, ਹੋ ਸਕਦਾ ਹੈ ਤੁਹਾਡੇ ਦਿਮਾਗ ਦੇ ਵਿੱਚ ਬਹੁਤ ਸਾਰੇ ਸ਼ਬਦ ਗਾਇਬ ਹੋ ਜਾਣ, ਗਿਣਤੀ ਵਿੱਚ ਧਿਆਨ ਦੇ ਦਿੰਦੇ। ਠੀਕ ਹੈ, ਇਹ ਗਲਤੀ ਨਹੀਂ, ਪਤਾ ਲੱਗ ਗਿਆ ਲਗਭਗ ਮੈਨੂੰ 40 ਤੋਂ 50 ਸ਼ਬਦ ਲਿਖਣੇ ਆ। ਠੀਕ ਹੈ, 5 ਘੱਟ 5 ਵੱਧ
ਇਹ ਕੰਮ ਤੁਸੀਂ ਜਲਦੀ ਜਲਦੀ ਕਰਨਾ ਹੈ, ਠੀਕ ਹੈ। ਇਸ ਸਵਾਲ ਦੇ ਵਿੱਚ ਸਮਾਂ ਖਰਾਬ ਨਾ ਕਰਿਓ। ਉਸ ਤੋਂ ਬਾਅਦ ਪੜ੍ਹਦੇ ਪੜ੍ਹਦੇ ਜਿੰਨੇ ਵੀ ਮੁੱਖ ਸ਼ਬਦ ਹੈ ਉਹਨਾਂ ਨੂੰ ਉਲੀਕ ਲਓ, ਅੰਡਰਲਾਈਨ ਕਰ ਲਓ। ਜਿਵੇਂ ਕਿਸੇ ਕੌਮ ਅੰਦਰ ਇਸਤਰੀ ਜਾਤੀ ਨੂੰ ਯੋਗ ਸਥਾਨ ਪ੍ਰਾਪਤ ਹੋਣਾ ਵੀ ਸਭਿਅਤਾ ਦਾ ਸੋਹਣਾ ਮਾਪ ਹੈ, ਠੀਕ ਹੈ। ਜਿਸ ਤਰ੍ਹਾਂ ਤੋਂ ਸ਼ੁਰੂ ਹੁੰਦੀ ਹੈ ਜੀ ਉਦਾਹਰਣ। ਜੇ ਤੁਹਾਨੂੰ ਪਤਾ ਹੈ ਪੰਜਾਬੀ ਦੇ ਵਿੱਚ ਤੁਸੀਂ ਇਹ ਲਾਈਨ ਕੱਟ ਦੋਗੇ, ਠੀਕ ਹੈ। ਨਹੀਂ ਕੀ ਕਰੋਗੇ, ਸੰਖੇਪ ਰਚਨਾ ਦੇ ਵਿੱਚ ਇੱਕ ਉਦਾਹਰਣ ਲਿਖ ਕੇ ਆਓਗੇ। ਸੰਖੇਪ ਰਚਨਾ ਦੇ ਵਿੱਚ ਉਦਾਹਰਣ ਦਾ ਕੋਈ ਸਥਾਨ ਨਹੀਂ ਹੈ ਜੀ, ਕੋਈ ਥਾਂ ਨਹੀਂ ਹੈ ਇਸ ਦੀ, ਠੀਕ ਹੈ। ਜਿਸ ਤਰ੍ਹਾਂ ਗਰੀਬੀ ਅਤੇ ਮਿਹਨਤ ਮਜ਼ਦੂਰੀ ਆਪਣੇ ਨਰੋਏ ਸਾਫ਼ ਦਿਮਾਗ ਨਾਲ ਮਾਨਵਤਾ ਦੇ ਨਿਯਮਾਂ ਨੂੰ ਸੋਹਣੀ ਤਰ੍ਹਾਂ ਪੜ੍ਹ ਸਕਦੀਆਂ ਹਨ ਤੇ ਇਹਨਾਂ ਨਾਲ ਪ੍ਰੇਮ ਕਰਦੀਆਂ ਹਨ। ਇਸੇ ਤਰ੍ਹਾਂ, ਅੱਛਾ ਇਸ ਤਰ੍ਹਾਂ ਤੋਂ ਤੁਸੀਂ ਕਹਿ ਸਕਦੇ ਹੋ ਉਸਨੇ ਉਲਟਾ ਲਿਖਿਆ ਹੈ। ਪਹਿਲਾਂ ਲਿਖਣਾ ਚਾਹੀਦਾ ਸੀ ਫਿਰ ਜਿਸ ਤਰ੍ਹਾਂ ਲਿਖਦਾ, ਠੀਕ ਹੈ। ਪਰ ਇੱਥੇ ਜਿਸ ਤਰ੍ਹਾਂ ਸ਼ੁਰੂ ਕੀਤਾ, ਜਿਸ ਤਰ੍ਹਾਂ ਤੋਂ, ਤਾਂ ਕੋਈ ਚਿੰਤਾ ਵਾਲੀ ਗੱਲ ਨਹੀਂ ਹੈ। ਇਸ ਦਾ ਅਰਥ ਕੀ ਹੈ, ਇਹ ਕਿਸੇ ਦਾ ਬੋਲਿਆ ਹੋਇਆ ਹੈ, ਇੱਕ ਢੰਗ ਨਾਲ ਬੋਲਣ ਦਾ ਤਰੀਕਾ ਹੈ ਜਿਸ ਤਰ੍ਹਾਂ ਲਿਖਿਆ ਹੋਇਆ ਹੈ, ਠੀਕ ਹੈ। ਕਿਤਾਬ ਦੇ ਵਿੱਚ ਇਸ ਤਰ੍ਹਾਂ ਘੱਟ ਲਿਖਿਆ ਮਿਲਦਾ ਹੈ। ਇਸੇ ਤਰ੍ਹਾਂ ਮਰਦ ਅਤੇ ਇਸਤਰੀ, ਠੀਕ ਹੈ, ਇਹਨਾਂ ਦੀ ਹੀ ਗੱਲ ਹੋ ਰਹੀ ਹੈ। ਇਸਤਰੀ ਜਾਤੀ ਵਿੱਚ ਮਨੁੱਖੀ ਜਾਤੀ ਦੇ ਦੋ ਅੰਗ ਪਰਸਪਰ ਸਤਿਕਾਰ ਸਹਿਤ ਰੱਖੇ ਜਾਣ ਨਾਲ ਇਸਤਰੀ ਜਾਤੀ ਅੰਦਰ ਜਾਦੂ ਅਸਰ ਪੈਦਾ ਹੋ ਜਾਂਦਾ ਹੈ, ਜਿਸ ਨਾਲ ਉਹ ਆਪਣੇ ਸਾਥੀ ਮਰਦ ਅੰਦਰ ਵੀ। ਹੁਣ ਦੇਖੋ ਇਹ ਕੀ ਹੈ, ਸੋਹਣੇ, ਕੋਮਲ ਅਤੇ ਕੁਰਬਾਨੀ ਭਰੇ ਭਾਵ, ਠੀਕ ਹੈ। ਇਸ ਨੂੰ ਤੁਸੀਂ ਸਕਾਰਾਤਮਕ ਭਾਵ ਵੀ ਕਹਿ ਸਕਦੇ ਹੋ। ਜਦੋਂ 3-4 ਸ਼ਬਦ ਇਕੱਠੇ ਲਿਖੇ ਹੋਣ, ਚਾਹੇ ਉਹ ਵਿਸ਼ੇਸ਼ਣ ਹੈ ਚਾਹੇ ਨਾਂਵ ਹੈ, ਉਹਨਾਂ ਦਾ ਇੱਕ ਨਾਮ ਜ਼ਰੂਰ ਹੋਏਗਾ, ਠੀਕ ਹੈ। ਕੋਈ ਕਈ ਵਿਸ਼ੇਸ਼ਣ ਹੋਣ, ਤੁਸੀਂ ਉਸ ਨੂੰ ਸਦਗੁਣ ਆਖ ਸਕਦੇ ਹੋ, ਠੀਕ ਹੈ, ਗੁਣਾਂ ਨੂੰ, ਠੀਕ ਹੈ। ਕਿਸੇ ਦੇ ਬੁਰੇ ਗੁਣ ਹੋਣ, ਔਗੁਣ ਲਿਖ ਸਕਦੇ ਹੋ, ਐੜੇ ਨੂੰ ਕਨੋੜਾ, ਗੱਗੇ ਨੂੰ ਔਂਕੜ ਨਾੜਾ, ਠੀਕ ਹੈ। ਤਾਂ ਉਸ ਦੇ ਵਿੱਚ ਕੁਝ ਵੀ ਹੋਵੇ ਤਾਂ ਤੁਸੀਂ ਉਸ ਨੂੰ ਇੱਕ ਸ਼ਬਦ ਦੇਣ ਦੀ ਕੋਸ਼ਿਸ਼ ਕਰੋ। ਪਰ ਇਹ ਭਾਵ ਤਾਂ ਇਸ ਤਰ੍ਹਾਂ ਫਿਰ ਮਧੁਰ ਤੇ ਸੁਚੱਜੇ ਮੇਲ ਜੋਲ, ਵਾਰਤਾਲਾਪ, ਸਿਆਗ, ਇਹ ਸਾਰੇ ਕੀ ਹੈ, ਆਦਿ ਗੁਣ। ਤਾਂ ਇਹਨਾਂ ਨੂੰ ਇੱਕੋ ਸ਼ਬਦ ਦੇਣਾ ਹੈ, ਸਾਰੇ ਨੂੰ ਕੱਟ ਕੇ ਕੀ, ਗੁਣ। ਚੰਗੀ ਤਰ੍ਹਾਂ ਪ੍ਰਫੁੱਲਿਤ ਸ਼ਬਦ ਲਿਖ ਦਾਂਗੇ ਜੀ। ਇਸ ਤਰ੍ਹਾਂ ਮੈਂ ਖਿਆਲ ਕਰਦਾ ਹਾਂ, ਠੀਕ ਹੈ। ਉਸਨੇ ਆਪਣਾ ਇੱਕ ਵਿਚਾਰ ਪੇਸ਼ ਕੀਤਾ ਹੈ, ਉਸ ਨੂੰ ਉਸੇ ਤਰੀਕੇ ਨਾਲ ਨਹੀਂ ਲਿਖਣਾ, ਇਹਦਾ ਤੁਹਾਨੂੰ ਕੱਟਣਾ ਹੀ ਪਏਗਾ, ਠੀਕ ਹੈ। ਇਸ ਨੂੰ ਨਾ ਲਿਖੋ ਆਪਣੀ ਸੰਖੇਪ ਰਚਨਾ ਦੇ। ਕਿਸੇ ਇੱਕ ਸੁਚੱਜੀ ਸਭਿਅਤਾ ਵਿੱਚ ਸੁਸ਼ੀਲ ਇਸਤਰੀਆਂ ਦੇ ਸਾਊ ਅਸਰ ਦਾ ਵੀ ਇੱਕ ਖਾਸ ਹਿੱਸਾ ਹੁੰਦਾ ਹੈ, ਠੀਕ ਹੈ। ਤੇ ਇਹ ਸ਼ਬਦ ਜਿਹੜੇ ਮੈਂ ਉਲੀਕੇ ਹਨ, ਜੇਕਰ ਇਹ ਸ਼ਬਦ ਤੁਹਾਡੀ ਸੰਖੇਪ ਰਚਨਾ ਦੇ ਵਿੱਚ ਮੌਜੂਦ ਹੋਣਗੇ, ਤੁਹਾਨੂੰ ਵਧੀਆ ਅੰਕ ਮਿਲਣਗੇ। ਕਿਉਂਕਿ ਕਈ ਵਿਦਿਆਰਥੀ ਕੀ ਕਰਦੇ ਹਨ, ਕੋਸ਼ਿਸ਼ ਕਰਦੇ ਹਨ ਇਸ ਦੇ ਸਮਾਨਾਰਥਕ ਸ਼ਬਦ ਲਿਖ ਦਈਏ ਸਾਰੇ, ਤੇ ਜਲਦਬਾਜ਼ੀ ਦੇ ਵਿੱਚ ਜਾਂ ਚਿੰਤਾ ਦੇ ਵਿੱਚ ਫਸ ਕੇ ਉਹ ਕੁਝ ਹੋਰ ਹੀ ਲਿਖ ਦਿੰਦੇ ਹਨ, ਠੀਕ ਹੈ। ਤਾਂ ਸਮਾਨਾਰਥਕ ਸ਼ਬਦ ਲਿਖੋ, ਬਟ ਸਾਰਿਆਂ ਦਾ ਨਹੀਂ, ਠੀਕ ਹੈ। ਇਸ ਤੋਂ ਵੀ ਸ਼ਬਦ ਲਓ ਕੁਝ। ਤਾਂ ਸ਼ੁਰੂ ਕਰਦੇ ਹਾਂ ਜੀ ਜਲਦੀ। ਪਹਿਲੇ ਇਸ ਦਾ ਤੁਸੀਂ ਸਿਰਲੇਖ ਕੀ ਦਓਗੇ ਦੱਸੋ। ਮੈਂ ਲਿਖੂੰਗਾ ਜੀ ਇਸਤਰੀਆਂ ਦਾ ਸਤਿਕਾਰ। ਕਿਉਂ? ਪਹਿਲਾਂ ਤਾਂ ਇਸਤਰੀ ਜਾਤੀ ਦੀ ਗੱਲ ਹੋਈ ਹੈ, ਠੀਕ ਹੈ। ਤੁਹਾਨੂੰ ਜੇ ਲੱਗੇਗਾ ਇਸਤਰੀ ਅਤੇ ਇਸਤਰੀ, ਮਰਦ ਅਤੇ ਇਸਤਰੀ, ਤਾਂ ਉਸ ਨੂੰ ਤੁਲਨਾ ਕਰਨ ਲਈ ਵਰਤਿਆ ਗਿਆ ਹੈ। ਜੋ ਸਾਰਾ ਦਾ ਸਾਰਾ ਇਹ ਪੈਰਾ ਹੈ, ਇਹ ਤੁਹਾਡਾ ਸਿਰਫ ਅਤੇ ਸਿਰਫ ਇਸਤਰੀਆਂ ਦੇ ਸਤਿਕਾਰ ਲਈ ਹੀ ਬਣਾਇਆ ਗਿਆ ਹੈ। ਪਰਸਪਰ ਸਤਿਕਾਰ ਨਾਲ ਅਜਿਹਾ ਜਾਦੂ ਅਸਰ ਪੈਦਾ ਹੁੰਦਾ ਹੈ, ਠੀਕ ਹੈ। ਤਾਂ ਸਤਿਕਾਰ ਦੀ ਗੱਲ ਹੋਈ ਹੈ, ਇਸ ਵਿੱਚ ਤੁਹਾਨੂੰ ਜ਼ਿਆਦਾ ਫਸਣ ਦੀ ਲੋੜ ਨਹੀਂ। ਤੁਸੀਂ ਇਸਤਰੀ ਜਾਤੀ ਦਾ ਸਤਿਕਾਰ ਵੀ ਲਿਖ ਸਕਦੇ ਹੋ, ਨਾਰੀ ਜਾਤੀ ਦਾ ਸਤਿਕਾਰ ਵੀ ਲਿਖ ਸਕਦੇ ਹੋ। ਇਸ ਤੋਂ ਇਲਾਵਾ ਨਾਰੀ ਜਾਤੀ ਦਾ ਯੋਗਦਾਨ, ਠੀਕ ਹੈ। ਤਾਂ ਕੁਝ ਹੋਰ ਵੀ ਬਣ ਸਕਦਾ ਹੈ, ਮੈਨੂੰ ਜੋ ਲੱਗਿਆ ਜਲਦੀ ਮੈਂ ਉਹੀ ਦੱਸਿਆ, ਠੀਕ ਹੈ ਤੁਹਾਨੂੰ। ਇਸਤਰੀਆਂ ਦਾ ਸਤਿਕਾਰ। ਹੁਣ ਇਸ ਦਾ ਵਧੀਆ ਉੱਤਰ ਕਿਵੇਂ ਹੋਏਗਾ, ਦੇਖੋ। ਜਦੋਂ ਮਰਦ ਅਤੇ ਇਸਤਰੀ ਨੂੰ ਪਰਸਪਰ ਸਤਿਕਾਰ ਸਹਿਤ ਰੱਖਿਆ ਜਾਂਦਾ ਹੈ, ਤਾਂ ਇਸਤਰੀ ਅੰਦਰ ਆਪਣੇ ਸਾਥੀ
ਤੇ ਸਮਾਜ ਵਿੱਚ, ਇੱਥੇ ਅਤੇ ਵੀ ਲਿਖ ਸਕਦੇ ਹੋ, ਠੀਕ ਹੈ, ਤੇ ਸਮਾਜ ਵਿੱਚ ਸਕਾਰਾਤਮਕ ਭਾਵ ਪੈਦਾ ਕਰਨ ਦੀ ਸਮਰੱਥਾ ਆ ਜਾਂਦੀ ਹੈ। ਠੀਕ ਹੈ, ਜੇ ਤੁਸੀਂ ਕਹੋਗੇ ਸਰ ਪਹਿਲੀ ਲਾਈਨ ਤੁਸੀਂ ਨਹੀਂ ਲਿਖੀ, ਇਸ ਨੂੰ ਮੈਂ ਅੰਤ ਵਿੱਚ ਲਿਖੂੰਗਾ, ਤੁਸੀਂ ਦੇਖੋਗੇ। ਤਾਂ ਜਦੋਂ ਮਰਦ ਅਤੇ ਇਸਤਰੀ ਨੂੰ ਪਰਸਪਰ ਸਤਿਕਾਰ ਸਹਿਤ ਰੱਖਿਆ ਜਾਂਦਾ ਹੈ ਤਾਂ ਇਸਤਰੀ ਅੰਦਰ, ਮਾਫ ਕਰਿਓ ਅੰਤਰ ਲਿਖਿਆ ਹੈ ਇੱਥੇ, ਤਾਂ ਇਸਤਰੀ ਅੰਦਰ ਆਪਣੇ ਸਾਥੀ ਤੇ ਸਮਾਜ ਵਿੱਚ ਸਕਾਰਾਤਮਕ ਭਾਵ ਪੈਦਾ ਕਰਨ ਦੀ ਸਮਰੱਥਾ ਆ ਜਾਂਦੀ ਹੈ। ਮਤਲਬ ਸ਼ੁਰੂ ਮੈਂ ਮਰਦ ਅਤੇ ਔਰਤ ਤੋਂ ਕੀਤਾ ਕਿ ਹਾਂ ਦੋਨਾਂ ਨੂੰ ਪਰਸਪਰ ਮਤਲਬ ਬਰਾਬਰ, ਤੁਸੀਂ ਬਰਾਬਰ ਵੀ ਲਿਖ ਸਕਦੇ ਹੋ ਇੱਥੇ, ਠੀਕ ਹੈ, ਬਰਾਬਰ ਸਤਿਕਾਰ, ਠੀਕ ਹੈ, ਦੇਣ ਨਾਲ ਕਿਸ ਅੰਦਰ ਸਮਰੱਥਾ ਆ ਰਹੀ ਹੈ, ਇਸਤਰੀਆਂ ਅੰਦਰ, ਠੀਕ ਹੈ। ਤੁਸੀਂ ਇੱਥੇ ਇਸਤਰੀਆਂ ਵੀ ਲਿਖ ਸਕਦੇ ਹੋ, ਪਰ ਇਸਤਰੀ ਉਸ ਤੋਂ ਬਾਅਦ ਮੈਂ ਦੁਬਾਰਾ ਤਾਂ ਇਸਤਰੀ ਇਸ ਨੂੰ ਦੁਬਾਰਾ ਦੱਸਣ ਲਈ ਕਿਹਾ ਹੈ ਕਿ ਮੈਂ ਉਸੇ ਇਸਤਰੀ ਦੀ ਗੱਲ ਕਰ ਰਿਹਾ ਹਾਂ ਜਿਸ ਨੂੰ ਬਰਾਬਰ ਅਧਿਕਾਰ ਮਿਲ ਰਹੇ ਹਨ, ਸਤਿਕਾਰ ਸਹਿਤ ਰੱਖਿਆ ਜਾ ਰਿਹਾ ਹੈ। ਇਸ ਤੋਂ ਬਾਅਦ ਕੀ ਲਿਖਾਂਗੇ, ਮੈਂ ਦੇਖ ਰਿਹਾ ਸੀ ਥੱਲੇ ਤੁਸੀਂ ਦੇਖ ਸਕਦੇ ਹੋ ਜਾਂ ਨਹੀਂ, ਇਸ ਨੂੰ ਮਿਟਾ ਰਿਹਾ, ਮਾਫ ਕਰਿਓ। ਮੈਂ ਸ਼ਬਦ ਕਿੰਨੇ ਹੋ ਗਏ, 2 3 4 5 6 7 8 9 9 3 27, 27 ਤੋਂ 30 ਸ਼ਬਦ ਹੋ ਗਿਆ। ਮਤਲਬ ਹੁਣ ਮੈਂ ਇੱਕ ਹੀ ਲਾਈਨ ਲਿਖ ਸਕਦਾ, ਠੀਕ ਹੈ, ਉਹ ਵੀ 1.5 ਲਾਈਨ। ਤਾਂ ਉਹ ਕਿਸ ਤਰ੍ਹਾਂ ਹੋਏਗੀ ਜੀ, ਮੇਰੀ ਆਖਰੀ ਸਤਰ ਦੇਖ ਲਓ, ਕਿਸੇ ਕੌਮ ਅੰਦਰ ਇਸ ਨੂੰ ਅੰਤ ਵਿੱਚ ਲਿਖੂੰਗਾ ਮੈਂ। ਇੱਕ ਸੁਚੱਜੀ ਕੌਮ ਅੰਦਰ, ਇੱਕ ਸੁਚੱਜੀ ਕੌਮ ਅੰਦਰ ਨਾਰੀਆਂ ਨੂੰ ਯੋਗ ਅਸਥਾਨ ਪ੍ਰਾਪਤ ਹੋਣਾ ਇਸ ਦਾ ਅਹਿਮ ਹਿੱਸਾ ਹੁੰਦਾ ਹੈ। 1 2 3 4 5 6 7 8 9 10 11 12 13 14 15 16, ਇੱਕ ਸ਼ਬਦ ਜ਼ਿਆਦਾ ਲਿਖਤਾ, ਕੋਈ ਚਿੰਤਾ ਨਹੀਂ ਹੈ। 45 ਤਾਂ ਸਟੀਕ ਆਇਆ ਸੀ, ਤੁਸੀਂ 40 ਤੋਂ 50 ਤੱਕ ਲਿਖ ਸਕਦੇ ਹੋ। ਤਾਂ ਮੈਂ ਕੋਸ਼ਿਸ਼ ਕੀਤੀ ਹੈ ਹਰ ਉਹ ਗੱਲ ਜੋ ਉਸਨੇ ਇਸ ਵਿੱਚ ਲਿਖੀ ਹੈ ਉਸ ਦਾ ਜ਼ਿਕਰ ਕੀਤਾ ਜਾਵੇ। ਦੇਖੋ ਜਦੋਂ ਤਾਂ ਤੁਹਾਡਾ ਇਹ ਸਵਾਲ ਵੱਡਾ ਹੋਵੇ, 200 ਸ਼ਬਦ ਜਾਂ 200 ਤੋਂ ਜ਼ਿਆਦਾ, ਫਿਰ ਤਾਂ ਤੁਹਾਡੇ ਕੋਲ ਸ਼ਬਦਾਂ ਦੀ ਗਿਣਤੀ ਜ਼ਿਆਦਾ ਹੋ ਸਕਦੀ ਹੈ। ਸਵਾਲ ਪਹਿਲਾਂ ਹੀ ਬਹੁਤ ਛੋਟਾ ਹੈ, ਫਿਰ ਵੀ ਤੁਸੀਂ ਉਸ ਦਾ ਅੱਧਾ ਉੱਤਰ ਲਿਖ ਕੇ ਆ ਰਹੇ ਹੋ, ਤਾਂ ਉਸ ਵਿੱਚ ਤੁਸੀਂ ਕੀ ਕੀ ਲਿਖ ਸਕਦੇ ਹੋ। ਇਹ ਸ਼ਬਦ ਸੁਚੱਜੇ, ਮੇਲ ਜੋਲ ਦੁਬਾਰਾ ਲਿਖੋਗੇ, ਠੀਕ ਹੈ, ਇਸ ਨਾਲ ਤੁਹਾਡੀ ਸ਼ਬਦਾਂ ਦੀ ਗਿਣਤੀ ਵਧੇਗੀ। ਇਸ ਨੂੰ ਘਟਾਉਣਾ ਹੈ, ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ। ਇਸ ਤੋਂ ਇਲਾਵਾ ਕੋਮਲ, ਕੁਰਬਾਨੀ ਭਰੇ ਭਾਵ, ਠੀਕ ਹੈ, ਤਾਂ ਇਹਨਾਂ ਨੂੰ ਤੁਸੀਂ ਕੋਸ਼ਿਸ਼ ਕਰੋ ਇੱਕ ਇੱਕ ਸ਼ਬਦ, ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਦੀ ਵਰਤੋਂ। ਜੇਕਰ ਤੁਸੀਂ ਇੱਥੇ ਕਰਕੇ ਵਿਖਾ ਦੋਗੇ ਉਸ ਨੂੰ, ਅਧਿਆਪਕ ਨੂੰ ਬੜਾ ਵਧੀਆ ਲੱਗੇਗਾ। ਤਾਂ ਉਮੀਦ ਹੈ ਤੁਹਾਨੂੰ ਇਹ ਸਵਾਲ ਦਾ ਉੱਤਰ ਸਮਝ ਆਇਆ, ਠੀਕ ਹੈ। ਇੱਕ ਵਧੀਆ ਉੱਤਰ ਹੈ ਜੇ ਤੁਸੀਂ ਇਸ ਤਰ੍ਹਾਂ ਲਿਖੋਗੇ। ਕੋਸ਼ਿਸ਼ ਕਰਨੀ ਹੁੰਦੀ ਹੈ ਜੇ ਤੁਸੀਂ ਅਖਬਾਰ ਪੜ੍ਹਦੇ ਹੋ ਤਾਂ ਅਖਬਾਰ ਪੜ੍ਹ ਕੇ ਜਦੋਂ ਤੁਹਾਨੂੰ ਕੋਈ ਤੁਹਾਡੇ ਪਿਤਾ ਜੀ ਪੁੱਛਣ, ਮਾਤਾ ਜੀ ਪੁੱਛਣ, ਦੱਸੋ ਅੱਜ ਭਾਰਤ ਚੀਨ ਦੇ ਬਾਰੇ ਜੋ ਖਬਰ ਆਈ ਹੈ ਉਸ 'ਚ ਕੀ ਹੈ ਅਖਬਾਰ ਵਿੱਚ ਲਿਖਿਆ, ਤਾਂ ਤੁਸੀਂ ਸਾਰਾ ਦਾ ਸਾਰਾ ਅਖਬਾਰ ਪੜ੍ਹ ਕੇ ਨਹੀਂ ਦੱਸਦੇ, ਤੁਸੀਂ ਦੱਸਦੇ ਹੋ ਕਿ ਹਾਂਜੀ ਇਸ ਤਰ੍ਹਾਂ। ਜੇ ਕੋਈ ਪੁਰਾਣੀ ਖਬਰ ਹੈ ਤਾਂ ਪੁਰਾਣੇ ਗਲਵਾਨ ਬਾਰੇ ਹੋਏਗਾ, ਤਾਂ ਗਲਵਾਨ ਬਾਰੇ ਦੱਸੋਗੇ ਕਿ ਇਸ ਤਰ੍ਹਾਂ ਝੜਪ ਹੋਈ ਦੋਵਾਂ ਦੇ ਵਿੱਚ, ਠੀਕ ਹੈ, ਵੀ ਕਿ ਚੀਨ ਨੇ ਹਾਲੇ ਤੱਕ ਆਪਣੇ ਜਿੰਨੇ ਵੀ ਸਿਪਾਹੀ ਮਰੇ ਹਨ ਉਹਨਾਂ ਦੀ ਜਾਣਕਾਰੀ ਪੂਰੇ ਵਿਸ਼ਵ ਨਾਲ ਸਾਂਝਾ ਨਹੀਂ ਕੀਤੀ ਹੈ, ਠੀਕ ਹੈ। ਤਾਂ ਪੂਰਾ ਦਾ ਪੂਰਾ ਰੈਕੋਰਡ ਨਹੀਂ ਦੇਣਾ ਤੁਸੀਂ, ਠੀਕ ਹੈ। ਲਿਖਣਾ ਕੀ ਹੈ ਜੋ ਇਸ ਵਿੱਚ ਸਭ ਤੋਂ ਜ਼ਰੂਰੀ ਜਾਣਕਾਰੀ ਹੈ। ਬਾਕੀ ਬੇਲੋੜੇ ਸ਼ਬਦ ਕੱਟਣੇ ਹੁੰਦੇ ਹਨ, ਮੁਹਾਵਰੇ, ਕਿਸੇ ਦਾ ਬਿਆਨ, ਉਦਾਹਰਣ ਹੋਵੇ ਕੋਈ ਕੱਟ ਦੇਵੋ, ਵਾਰ-ਵਾਰ ਲਿਖੇ ਸ਼ਬਦ ਕੱਟੋ, ਇੱਕ ਸ਼ਬਦ ਨੂੰ ਵਾਰ-ਵਾਰ ਨਾ ਲਿਖੋ ਇਸ ਦੇ ਉੱਤਰ ਦੇ ਵਿੱਚ, ਠੀਕ ਹੈ। ਜੇ ਤੁਸੀਂ ਇਸ ਤਰ੍ਹਾਂ ਕਰੋਗੇ ਤੁਹਾਡਾ ਉੱਤਰ ਵਧੀਆ ਹੀ ਹੋਵੇਗਾ, ਅਧਿਆਪਕ ਨੂੰ ਪੜ੍ਹ ਕੇ ਵਧੀਆ ਹੀ ਲੱਗੇਗਾ। ਤੇ ਇਸ ਦੇ ਵਿੱਚ ਕੋਈ ਇੱਕ ਤਰ੍ਹਾਂ ਦਾ ਉੱਤਰ ਨਹੀਂ ਹੁੰਦਾ ਹੈ, ਹਰ ਵਿਦਿਆਰਥੀ ਦਾ ਵੱਖ-ਵੱਖ ਉੱਤਰ ਹੁੰਦਾ ਹੈ। ਪਰ ਹਾਂ, ਇਸ ਵਿੱਚ ਨਾ ਤਾਂ ਕਟਿੰਗ ਕਰੋ, ਠੀਕ ਹੈ, ਕੱਟਣਾ ਨਹੀਂ ਹੈ ਬਿਲਕੁਲ ਵੀ ਇਸ ਦੇ ਉੱਤਰ ਵਿੱਚ। ਦੂਜਾ, ਜੇ ਤੁਸੀਂ ਇਸ ਦੇ ਵਿੱਚ ਵੀ ਗਲਤੀਆਂ ਕਰ ਰਹੇ ਹੋ ਬਿੰਦੀ ਟਿੱਪੀ ਸ਼ਬਦਾਵਲੀ ਦੀ, ਤਾਂ ਬੜਾ ਬੁਰਾ ਲੱਗਦਾ ਹੈ ਅਧਿਆਪਕ ਨੂੰ ਕਿ ਇਸ ਤੋਂ ਚੰਗਾ ਤਾਂ ਇਸ ਤੋਂ ਦੇਖ ਕੇ ਲਿਖ ਲੈਂਦੇ ਕੁਝ, ਠੀਕ ਹੈ। ਫਿਰ ਵੀ ਗਲਤੀਆਂ ਨਹੀਂ ਹੁੰਦੀਆਂ ਤੁਹਾਡੀਆਂ। ਤੇ ਜੇ ਇਹਨਾਂ ਗੱਲਾਂ ਧਿਆਨ ਰੱਖੋਗੇ ਤਾਂ ਤੁਹਾਡੇ ਇਸ ਸਵਾਲ ਦੇ ਵਿੱਚ ਪੱਕਾ ਵਧੀਆ ਅੰਕ ਆਉਣਗੇ। ਉਮੀਦ ਕਰਦਾ ਤੁਹਾਨੂੰ ਵੀਡੀਓ ਦੇ ਵਿੱਚੋਂ ਵਧੀਆ ਜਾਣਕਾਰੀ ਹਾਸਲ ਹੋਈ ਹੈ ਜੀ। ਬਹੁਤ ਬਹੁਤ ਧੰਨਵਾਦ ਜੀ।